ਅੱਜ ਇੱਕ ਥਾਂ ਦੇ ਉੱਤੇ ਜਿਹੜੇ ਧਮਾਕਿਆਂ ਤੋਂ ਬਾਅਦ ਦੇ ਵਿੱਚ ਇੱਕ ਫਿਊਲ ਡੀਪੋ ਦੇ ਵਿੱਚ ਕਹਿੰਦੇ ਆ ਅੱਗ ਲੱਗ ਗਈ ਆ। ਰੂਸ ਨੇ ਇਸ ਦਾ ਦੋਸ਼ ਯੂਕਰੇਨ ਦੇ ਉੱਤੇ ਹੀ ਲਾਇਆ ਆ। ਕਹਿੰਦੇ ਵੀ ਇਹਨਾਂ ਦੀ ਗਲਤੀ ਕਰਕੇ ਜਿਹੜਾ ਫਿਊਲ ਡੀਪੋ ਆ ਉਸ ਦੇ ਵਿੱਚ ਅੱਗ ਲੱਗੀ ਆ। ਕਹਿੰਦੇ ਵੀ ਜਿਹੜੇ ਯੂਕਰੇਨ ਵਾਲੇ ਆ ਉਹਨਾਂ ਨੇ ਹੈਲੀਕਾਪਟਰ ਅਟੈਕ ਇਸ ਫਿਊਲ ਡੀਪੋ ਦੇ ਉੱਤੇ ਕੀਤਾ, ਜਿਹੜਾ ਰਸ਼ੀਅਨ ਟੈਰੀਟਰੀ ਦੇ ਵਿੱਚ ਆਉਂਦਾ ਸੀਗਾ। ਜਿਹੜਾ ਗਵਰਨਰ ਹੈਗਾ ਰਸ਼ੀਅਨ ਬੈਲਗੋਰੋਡ ਇਲਾਕੇ ਦਾ, ਉਹਨੇ ਇਹ ਦਾਅਵਾ ਕੀਤਾ ਵੀ 2 ਯੂਕਰੇਨ ਦੇ ਮਿਲਟਰੀ ਹੈਲੀਕਾਪਟਰ ਆਏ ਲੋ ਐਲਟੀਟਿਊਡ ਦੇ ਉੱਤੇ, ਨੀਵੇਂ ਜਿਹੜੇ ਉੱਡ ਰਹੇ ਸੀ, ਤੇ ਉਹਨਾਂ ਨੇ ਇਸ ਫਿਊਲ ਸਟੋਰੇਜ ਫੈਸਿਲਿਟੀ ਦੇ ਉੱਤੇ ਹਮਲਾ ਕੀਤਾ ਆ ਤੇ ਮਿਲੀਅਨਸ ਆਫ ਗੈਲਨ ਦਾ ਜਿਹੜਾ ਫਿਊਲ ਆ ਉਸ ਨੂੰ ਅੱਗ ਲੱਗ ਗਈ ਹੈਗੀ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਯੂਕਰੇਨ ਦੀ ਡਿਫੈਂਸ ਮਿਨਿਸਟਰੀ ਨੇ ਇਸ ਐਲੀਗੇਸ਼ਨ ਉੱਤੇ ਕਿਸੇ ਵੀ ਤਰੀਕੇ ਦੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਆ। ਨਾ ਹੀ ਉਹਨਾਂ ਨੇ ਹਾਂ ਕੀਤੀ ਹੈ ਤੇ ਨਾ ਹੀ ਉਹਨਾਂ ਨੇ ਇਸ ਹਮਲੇ ਤੋਂ ਨਾ ਕੀਤੀ ਆ। ਜੀ, CNN ਦੇ ਜੀਓ ਲੋਕੇਟਡ ਉਹਨਾਂ ਨੇ ਫਾਈਂਡ ਕੀਤਾ ਹੈ ਕਿ 2 ਹੈਲੀਕਾਪਟਰ ਰਸ਼ੀਅਨ ਸਿਟੀ ਆਫ ਬੈਲਗੋਰਡ ਦੇ ਵਿੱਚ ਦੇਖੇ ਗਏ ਸੀ, ਜਿਹੜਾ ਯੂਕਰੇਨ ਦੇ ਬਾਰਡਰ ਦੇ ਲਾਗੇ ਹੈਗਾ ਆ। ਪਰ ਇਹ ਨਹੀਂ ਕਨਫਰਮ ਹੋਇਆ ਉਹ ਹੈਲੀਕਾਪਟਰ ਯੂਕਰੇਨ ਦੇ ਹੈਗੇ ਆ। ਦੂਜੇ ਪਾਸੇ ਯੂਕਰੇਨ ਵਾਲਿਆਂ ਨੇ ਇਹ ਕਿਹਾ ਵੀ ਜਿਹੜੀ ਵੀ ਕੋਈ ਰਸ਼ੀਆ ਦੀ ਮਿਸਕੈਲਕੂਲੇਸ਼ਨ ਹੁੰਦੀ ਆ ਜਾਂ ਕੋਈ ਉੱਥੇ ਕੈਟਾਸਟ੍ਰੋਫੀ ਹੁੰਦੀ ਆ, ਉਹਦਾ ਬਲੇਮ ਦੇਣਾ ਯੂਕਰੇਨ ਨੂੰ ਕਿਤੇ ਵੀ ਸਹੀ ਨਹੀਂ ਹੈਗਾ। ਸੋ ਭਈ ਜਿਹੜੀ ਮਾੜੀ ਗੱਲ ਹੁੰਦੀ ਆ ਉਹ ਤੁਸੀਂ ਯੂਕਰੇਨ ਨੂੰ ਉਹਦਾ ਬਲੇਮ ਕਰ ਦਿੰਦੇ ਹੋ। ਜੀ ਤੇ ਇਸੇ ਅਗਲੀ ਜੀ ਹਰਜੋਤ ਸਿੰਘ, ਇਸ ਦੇ ਵਿੱਚ ਇੱਕ ਦੀ ਹੋਰ ਅਪਡੇਟ ਜੇ ਮੈਂ ਦਿੰਦਾ ਜਾਵਾਂ ਤਾਂ ਜ਼ੈਲੈਂਸਕੀ ਨੇ 2 ਯੂਕਰੇਨੀ ਜਰਨਲ ਆ ਉਹਨਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਲਾਹ ਦਿੱਤਾ ਆ। ਉਹਨਾਂ ਨੇ ਕਿਹਾ ਵੀ ਇਹ ਟਰੇਟਰ ਨੇ ਤੇ ਹੁਣ ਜਿਹੜੇ ਜਰਨਲ ਦੇ ਅਹੁਦੇ ਆ, ਟੌਪ ਦੇ ਜਿਹੜੇ ਸਿਕਿਉਰਿਟੀ ਅਫੀਸ਼ੀਅਲਸ ਆ, ਉਹਨਾਂ ਨੂੰ ਡਿਸਮਿਸ ਕਰ ਦਿੱਤਾ ਆ। ਕਹਿੰਦੇ ਵੀ ਇਹ ਜਿਹੜੇ ਐਂਟੀ ਹੀਰੋਜ਼ ਆ ਜਾਂ ਜਿਹੜੇ ਟਰੇਟਰਸ ਆ, ਇਹਨਾਂ ਦੇ ਨਾਲ ਕਹਿੰਦੇ ਮੈਂ ਬਾਅਦ ਦੇ ਵਿੱਚ ਡੀਲ ਕਰੂੰਗਾ ਤੇ ਉਸ ਲਿਹਾਜ਼ ਦੇ ਨਾਲ ਜੋ ਇਹਨਾਂ ਨੇ ਕੀਤਾ ਆ ਉਹਨਾਂ ਨੂੰ ਪਨਿਸ਼ਮੈਂਟ ਜਿਹੜੀ ਉਹ ਦਿੱਤੀ ਜਾਊਗੀ। ਸੋ ਇਹ ਜਿਹੜਾ ਹਰਜੋਤ ਸਿੰਘ ਜੀ, ਹੁਣ ਇਹ ਵੀ ਕਹਿ ਸਕਦੇ ਆ ਵੀ ਜ਼ੈਲੈਂਸਕੀ ਦੇ ਇਰਦ ਗਿਰਦ ਵੀ ਅਜਿਹੇ ਲੋਕ ਹੈਗੇ ਨੇ ਜਿਹੜੇ ਰਸ਼ੀਆ ਦੇ ਨਾਲ ਹਮਦਰਦੀ ਰੱਖਦੇ ਹੋ ਸਕਦੇ। ਇਹ ਇਹਨਾਂ ਨੇ ਆਪ ਕਿਹਾ ਇਸ ਖਬਰ ਦੀ ਕੋਈ ਪੁਸ਼ਟੀ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ ਵੀ ਅਸਲ 'ਚ ਉਹ ਟਰੇਟਰ ਨੇ ਜਾਂ ਇਹਦਾ ਕਹਿਣਾ ਨਹੀਂ ਸੀ ਮੰਨ ਰਹੇ ਜਾਂ ਕੀ ਜਿਹੜਾ ਉਸ ਦੇ ਵਿੱਚ ਹੋਊਗਾ। ਪਰ ਜ਼ੈਲੈਂਸਕੀ ਨੇ ਇਹ ਹੁਣ ਆਪਣੇ ਬਿਆਨ ਦੇ ਜ਼ਰੀਏ ਦਾਅਵਾ ਕੀਤਾ ਆ ਵੀ 2 ਜਿਹੜੇ ਟੌਪ ਦੇ ਸਿਕਿਉਰਿਟੀ ਅਫੀਸ਼ੀਅਲ ਜਨਰਲ ਆ ਉਹਨਾਂ ਨੂੰ ਟਰੇਟਰ ਕਹਿ ਕੇ ਉਹਨਾਂ ਦੇ ਅਹੁਦਿਆਂ ਤੋਂ ਲਾਂਭੇ ਕਰ ਦਿੱਤਾ ਆ। ਜੀ, ਇਸੇ ਤਰ੍ਹਾਂ ਜਿਹੜਾ ਚਰਨੋਬਲ ਪਲਾਂਟ ਹੈਗਾ ਉੱਥੋਂ ਕਾਫੀ ਸਮਾਨ ਰੇਡੀਓ ਐਕਟਿਵ ਦਾ ਚੋਰੀ ਹੋ ਗਿਆ। ਇਹ ਯੂਕਰੇਨ ਵਾਲਿਆਂ ਨੇ ਕਿਹਾ ਹੈ ਭਈ ਜਿਹੜੇ ਚਰਨੋਬਲ ਦੇ ਸਾਇੰਟਿਸਟ ਆ ਉਹਨਾਂ ਨੇ ਕਿਹਾ ਕੁਝ ਲੂਟਰਸ ਜਿਹੜੇ ਲੁੱਟਣ ਵਾਲੇ ਲੋਕ ਸੀ ਉਹਨਾਂ ਨੇ ਰੇਡੀਓ ਐਕਟਿਵ ਮਟੀਰੀਅਲ ਲੈਬਸ ਤੋਂ ਚੋਰੀ ਕਰ ਲਿਆ ਹੈਗਾ ਆ। ਸੋ ਇਹ ਚਰਨੋਬਲ ਤੋਂ ਇਹ ਵੀ ਖਬਰ ਆ ਰਹੀ ਹੈਗੀ ਆ। ਤੇ ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਵਾਈਟ ਹਾਊਸ ਤੋਂ ਆ ਰਹੀ ਆ। ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਜੈਨ ਸਾਕੀ ਕੁਝ ਘੰਟੇ ਪਹਿਲਾਂ ਅਨਾਉਂਸਮੈਂਟ ਹੋਈ ਆ ਵੀ ਉਹ ਆਪਣਾ ਅਹੁਦਾ ਛੱਡਣ ਜਾ ਰਹੇ ਆ। ਸੋ ਸਮਰ ਦੇ ਵਿੱਚ ਆਉਣ ਵਾਲੀਆਂ ਗਰਮੀਆਂ 'ਚ ਉਹ ਛੱਡ ਦੇਣਗੇ ਤੇ ਉਸ ਤੋਂ ਬਾਅਦ ਉਹ MSNBC ਨੂੰ ਜੁਆਇਨ ਕਰਨ ਜਾ ਰਹੇ ਹੈਗੇ। ਜੀ ਜੀ, ਇਸੇ ਤਰੀਕੇ ਦੇ ਨਾਲ ਪਿਛਲੇ ਪ੍ਰਸ਼ਾਸਨ ਦੇ ਵੀ ਬਹੁਤ ਸਾਰੇ ਜਿਹੜੇ ਲੋਕ ਆ ਪਹਿਲਾਂ ਐਡਮਿਨਿਸਟ੍ਰੇਸ਼ਨ 'ਚ ਰਹੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਵੱਖ-ਵੱਖ ਚੈਨਲਾਂ ਦੇ ਉੱਤੇ ਜਿਹੜੀ ਉਹ ਥਾਂ ਮਿਲੀ ਸੀਗੀ। ਲੋਕੀ ਫਿਰ ਕਿਉਂਕਿ ਉਹਨਾਂ ਚਿਹਰਿਆਂ ਦੇ ਨਾਲ ਵਾਕਫ ਜਿਹੜੇ ਉਹ ਹੋ ਜਾਂਦੇ ਤੇ ਆਪਣੀ ਉਸ ਪਬਲਿਸਿਟੀ ਨੂੰ ਕਹਿ ਸਕਦੇ ਹਾਂ ਵੀ ਸੋਹਣਾ ਉਸ ਨੂੰ ਇਸਤੇਮਾਲ ਡਾਲਰਾਂ ਦੇ ਵਿੱਚ ਜਿਹੜਾ ਉਹ ਬਦਲ ਲੈਂਦੇ ਨੇ। ਅਗਲੀ ਗੱਲ ਕਰੀਏ ਹਰਜੋਤ ਸਿੰਘ ਜੀ, ਕੈਲੀਫੋਰਨੀਆ ਦੇ ਸੋਕੇ ਦੀ ਕੋਈ ਆਸ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ। ਉਮੀਦ ਦੀ ਕਿਰਨ ਬਹੁਤ ਹੀ ਸਲਿਮ ਜਿਹੜੀ ਹੈਗੀ ਆ। ਜਨਵਰੀ ਤੋਂ ਮਾਰਚ ਜਿਹੜਾ ਪਹਿਲਾ ਕੁਆਟਰ ਆ ਇਹ ਹੁਣ ਤੱਕ ਦਾ ਕਹਿੰਦੇ ਸਭ ਤੋਂ ਸੁੱਕਾ ਕੁਆਟਰ ਜਿਹੜਾ ਆ ਉਹ ਲੰਘਿਆ ਆ ਗੋਲਡ ਰਸ਼ ਤੋਂ ਬਾਅਦ 'ਚ। 70 ਸਾਲਾਂ ਦੇ ਇਤਿਹਾਸ ਦੇ ਵਿੱਚ ਸਿਆਰਾ ਨਵਾਡਾ ਦੇ ਜਿਹੜੇ ਸਨੋ ਪੈਕ ਆ ਉਹ ਸਭ ਤੋਂ ਜਿਹੜੇ ਨਵੀਨਤਮ ਥਾਂ ਦੇ ਉੱਤੇ ਦੇਖੇ ਗਏ ਨੇ, ਲੋਐਸਟ ਲੈਵਲਸ ਦੇ ਉੱਤੇ। ਹਰ ਮਹੀਨੇ ਦੀ 1 ਤਰੀਕ ਨੂੰ ਜਿਹੜਾ ਸਨੋ ਸਰਵੇ ਕੰਡਕਟ ਕੀਤਾ ਜਾਂਦਾ ਆ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਕੈਲੀਫੋਰਨੀਆ ਦੇ ਆ ਉਹਨਾਂ ਦੇ ਦੁਆਰਾ। ਇਸ ਵਾਰ ਜਦ ਹੁਣ ਇਹਨਾਂ ਨੇ ਸਿਆਰਾ ਐਟ ਟਾਹੋ ਸਕੀ ਰਿਜ਼ੋਰਟ ਦੇ ਇਰਦ ਗਿਰਦ ਜਿਹੜਾ ਉਹ ਦੇਖਿਆ, ਕਹਿੰਦੇ ਵੀ ਮਹਿਜ 39% ਨੋਰਮਲ ਜਿੰਨੀ ਸਨੋਫਾਲ ਹੁੰਦੀ ਆ ਉਸ ਤੋਂ ਮਹਿਜ 39% ਜਿਹੜੀ ਸਨੋ ਪੈਕ ਆ ਉਹ ਰਹਿ ਗਿਆ ਆ।
ਤੀਜਾ ਸਾਲ ਸੋਕੇ ਦਾ ਕੈਲੀਫੋਰਨੀਆ ਦੇ ਵਿੱਚ ਚੱਲ ਰਿਹਾ ਤੇ ਕਹਿੰਦੇ ਇਹ ਜਿਹੜੀਆਂ ਮੈਜਰਮੈਂਟਸ ਆ ਇਹਨਾਂ ਨੇ ਹੋਰ ਪੁਸ਼ਟੀ ਕੀਤੀ ਆ ਵੀ ਇਹ ਸੋਕਾ ਹੋਰ ਵੀ ਜ਼ਿਆਦਾ ਗੰਭੀਰ ਰੂਪ ਅਖਤਿਆਰ ਕਰ ਰਿਹਾ ਹੈਗਾ ਆ। ਸੋ ਕਹਿੰਦੇ ਵੀ ਕੰਪੈਰੀਜ਼ਨ ਜੇ ਕੀਤਾ ਜਾਵੇ ਪਿਛਲੇ ਸਾਲ ਦੀ 1 ਅਪ੍ਰੈਲ ਦੇ ਨਾਲ ਉਸ ਟਾਈਮ 62% ਆਫ ਨਾਰਮਲ ਜਿੰਨਾ ਹੁੰਦਾ ਆ ਉਹ ਸਨੋਪੈਕ ਸੀਗਾ। 1950 ਦੇ ਵਿੱਚ ਕਹਿੰਦੇ ਜੇ ਪਿੱਛੇ ਜਾਂਦੇ ਜਾਈਏ ਤਾਂ ਇਹ ਇਸ ਵਾਰ ਜਿਹੜੀ 1 ਅਪ੍ਰੈਲ ਦੀ ਜਿਹੜੀ ਸਨੋ ਪੈਕ ਆ ਉਹ ਹੁਣ ਤੱਕ ਦਾ ਸਭ ਤੋਂ ਘੱਟ ਜਿਹੜਾ ਆ ਉਹ ਦੇਖਿਆ ਜਾ ਰਿਹਾ ਹੈਗਾ ਆ। ਸੋ ਮੇਜਰ ਡਰਾਊਟਸ ਦੇ ਹਿਸਾਬ ਦੇ ਨਾਲ ਵੀ ਕਹਿੰਦੇ ਆ ਵੀ ਇਹ ਬਹੁਤ ਮਾੜੀ ਸਥਿਤੀ ਜਿਹੜੀ ਬਣੀ ਆ। ਫਰਵਰੀ ਦਾ ਮਹੀਨਾ ਪੂਰੇ ਦਾ ਪੂਰਾ ਸੁੱਕਾ ਹੀ ਲੰਘ ਗਿਆ ਸੀ, ਇੱਕ ਵੀ ਮੀਂਹ ਜਿਹੜਾ ਆ ਉਹ ਨਹੀਂ ਸੀ ਪਿਆ। ਇਹ ਇਕੱਲਾ ਕੈਲੀਫੋਰਨੀਆ ਹੀ ਨਹੀਂ ਹਰਜੋਤ ਸਿੰਘ ਜੀ, ਯੂਟਾ ਵੈਸਟਰਨ ਜਿੰਨੀਆਂ ਵੀ ਸਟੇਟਸ ਆ ਉੱਥੇ ਇਸ ਟਾਈਮ ਸੋਕੇ ਦੀ ਮਾਰ ਬੁਰੀ ਤਰ੍ਹਾਂ ਜਿਹੜੀ ਉਹ ਚੱਲ ਰਹੀ ਆ। ਸਟੇਟ ਦਾ ਸਭ ਤੋਂ ਵੱਡਾ ਰੈਜ਼ਰਵਾਇਰ ਸ਼ਾਸ਼ਤਾ ਜਿਹੜਾ ਰੈਡਿੰਗ ਦੇ ਨਿਰ ਦਾ ਨਜ਼ਦੀਕ ਹੈਗਾ ਆ ਉਹ ਸਿਰਫ 38% ਫੁੱਲ ਰਹਿ ਗਿਆ ਆ। ਦੂਜਾ ਜਿਹੜਾ ਲਾਰਜੈਸਟ ਔਰਵਲ ਜਿਹੜਾ ਬਿਊਟ ਕਾਉਂਟੀ ਚ ਯੂਬਾ ਸਿਟੀ ਦੇ ਲਾਗੇ ਆ ਉਹ ਸਿਰਫ 47% ਫੁੱਲ ਹੈਗਾ ਆ। ਸੋ ਤੀਜਾ ਸਾਲ ਹੋਊਗਾ ਲਗਾਤਾਰ ਸੋਕੇ ਦਾ ਤੇ ਕਹਿੰਦੇ ਆ ਵੀ ਇਹ ਸਥਿਤੀ ਜਿਹੜੀ ਉਹ ਬਹੁਤ ਮਾੜੀ ਹੋਣ ਜਾ ਰਹੀ ਆ। ਪਿਛਲੇ ਕੈਲੀਫੋਰਨੀਆ ਦੀ 58 ਕਾਉਂਟੀਜ਼ ਦੇ ਵਿੱਚ ਪਿਛਲੇ ਸਾਲ ਤੋਂ ਡਰਾਊਟ ਐਮਰਜੈਂਸੀਜ਼ ਜਿਹੜੀਆਂ ਆ ਉਹ ਚੱਲ ਰਹੀਆਂ ਨੇ। ਸੋਮਵਾਰ ਨੂੰ ਜਿਹੜੇ ਗਵਰਨਰ ਨਿਊਸਮ ਆ ਜਿਹੜੇ ਛੁੱਟੀ ਤੇ ਗਏ ਹੋਏ ਨੇ ਹੁਣ ਉਹਨਾਂ ਨੇ ਜਾਣ ਤੋਂ ਪਹਿਲਾਂ 420 ਜਿਹੜੀਆਂ ਵਾਟਰ ਏਜੰਸੀਜ਼ ਹੈਗੀਆਂ ਸਟੇਟ ਦੀਆਂ ਸਿਟੀਜ਼ ਦੀਆਂ ਵਾਟਰ ਡਿਸਟ੍ਰਿਕਟ ਤੇ ਪ੍ਰਾਈਵੇਟ ਕੰਪਨੀਜ਼ ਆ ਉਹਨਾਂ ਨੂੰ ਵਾਟਰ ਕੰਜ਼ਰਵੇਸ਼ਨ ਵਧਾਉਣ ਦੇ ਆਦੇਸ਼ ਦਿੱਤੇ ਆ। ਉਹ ਕਹਿੰਦੇ ਆ ਵੀ ਲੈਵਲ 2 ਤੱਕ ਲੈ ਕੇ ਜਾਓ ਆਪਣੇ ਡਰਾਊਟ ਪਲਾਨਸ ਦੇ ਤਹਿਤ ਤਾਂ ਜੋ ਵੱਧ ਤੋਂ ਵੱਧ ਪਾਣੀ ਆ ਉਸ ਨੂੰ ਬਚਾਇਆ ਜਾ ਸਕੇ। ਜੀ ਬਿਲਕੁਲ। ਕਹਿੰਦੇ ਦਸੰਬਰ, ਜਨਵਰੀ ਤੇ ਫਰਵਰੀ ਟਿਪੀਕਲੀ ਵੈਟੈਸਟ ਮੰਥ ਹੁੰਦੇ ਆ ਵੀ ਜ਼ਿਆਦਾ ਮੀਂਹ ਪੈਂਦਾ ਗੋਲਡਨ ਸਟੇਟ 'ਚ। 75% ਸਟੇਟ ਦਾ ਐਨੂਅਲ ਪ੍ਰੈਸੀਪੀਟੇਸ਼ਨ ਨਵੰਬਰ ਤੇ ਮਾਰਚ ਦੇ ਵਿੱਚ ਪੈਂਦਾ ਆ। ਪਰ ਆਪਾਂ ਦੇਖਿਆ ਹੀ ਆ ਵੀ ਹੁਣ ਪਿਛਲੇ ਮਹੀਨਿਆਂ 'ਚ ਕੁਛ ਵੀ ਨਹੀਂ ਪਿਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ 93% ਕੈਲੀਫੋਰਨੀਆ ਇਸ ਟਾਈਮ ਸਵੀਅਰ ਜਾਂ ਐਕਸਟ੍ਰੀਮ ਡਰਾਊਟ ਦੇ ਵਿੱਚ ਹੈਗੀ ਆ। ਸੋ ਅੱਜ ਦੀਆਂ ਤੁਸੀਂ ਅਮਰੀਕਾ ਦੀਆਂ ਜੋ ਵੀ ਮੇਜਰ ਨਿਊਜ਼ ਆਊਟਲੈਟਸ ਆ, ਚਾਹੇ ਉਹ ਨਿਊਯਾਰਕ ਟਾਈਮ ਆ, CNN, ਫੌਕਸ, ਹੋਰ ਜਿੰਨੇ ਵੀ ਮਰਸੈਨੋਜ਼ੇ, ਮਰਕਰੀ ਨਿਊਜ਼, LA ਟਾਈਮ, ਸਭ ਦੇ ਟੌਪ ਦੇ ਉੱਤੇ ਇਹ ਪਹਿਲੀ ਖਬਰ ਆ ਪਈ ਕੈਲੀਫੋਰਨੀਆ ਦਾ ਬਹੁਤ ਬੁਰਾ ਹਾਲ ਆ ਡਰਾਊਟ ਦੇ ਵਿੱਚ। ਤੇ ਉੱਤੋਂ ਹੁਣ ਫਾਇਰ ਵਾਲਾ ਸੀਜ਼ਨ ਆਉਣਾ ਆ। ਪਿਛਲੇ 3 ਸਾਲਾਂ ਤੋਂ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਅੱਗਾਂ ਲੱਗ ਰਹੀਆਂ ਹੈਗੀਆਂ ਕਿਉਂਕਿ ਸਾਰਾ ਕੁਝ ਸੁੱਕ ਜਾਂਦਾ ਆ। ਸੋ ਉਹ ਵੀ ਇੱਕ ਵੱਡੀ ਪ੍ਰੋਬਲਮ ਕੈਲੀਫੋਰਨੀਆ ਦੀ ਹੈਗੀ ਆ। ਸੋ ਹੁਣ ਇੱਕ ਆਪਾਂ ਬ੍ਰੇਕ ਲੈਂਦੇ ਆ ਰਾਜਕਰਵੀਰ ਸਿੰਘ ਜੀ, ਤੇ ਬ੍ਰੇਕ ਤੋਂ ਬਾਅਦ ਟਰੱਕਿੰਗ ਇੰਡਸਟਰੀ ਦੇ ਵਿੱਚ ਕਹਿੰਦੇ ਵੀ ਫਰੇਟ ਰਿਸੈਸ਼ਨ 100% ਇਹ ਆਏਗਾ ਹੀ ਆਏਗਾ। ਸੋ ਬਹੁਤ ਸਾਰੇ ਐਕਸਪਰਟ ਕਹਿ ਰਹੇ ਆ। ਸੋ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਜੀ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ।